ਇਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਅੱਜ ਫ੍ਰੈਜ਼ਨੋ ਸਟੂਡੀਓਜ਼ ਤੋਂ ਨਾਲ ਹੀ ਆਪਣੇ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415-909-0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਲਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 8559052575 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਤੇ ਰਸ਼ੀਆ ਦੀ ਜੇ ਲੜਾਈ ਦੀ ਗੱਲ ਕਰਦੇ ਜਾਈਏ, ਰਸ਼ੀਆ ਵਾਲਿਆਂ ਨੇ ਅੱਜ ਫਾਰਮਲ ਕੰਪਲੇਨ ਜਿਹੜੀ ਆ ਉਹ ਫਾਈਲ ਕੀਤੀ ਹੈਗੀ ਆ ਅਮਰੀਕਾ ਦੇ ਅਗੇਂਸਟ। ਸੋ ਰਸ਼ੀਆ ਵਾਲੇ ਕਹਿੰਦੇ ਆ ਵੀ ਅਮਰੀਕਾ ਵਾਲਿਆਂ ਨੂੰ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਆ ਉਹ ਬੰਦ ਕਰ ਦੇਣੇ ਚਾਹੀਦੇ ਆ, ਨਹੀਂ ਤਾਂ ਅਨਪ੍ਰੈਡਿਕਟੇਬਲ ਕੌਨਸੀਕੁਐਂਸਿਸ ਹੋਣਗੇ, ਵੀ ਅਸੀਂ ਕੋਈ ਨਾ ਕੋਈ ਐਕਸ਼ਨ ਲਵਾਂਗੇ। ਕਹਿੰਦੇ ਤੇ ਰਸ਼ੀਆ ਨੇ ਇਹ ਵੀ ਕਿਹਾ ਵੀ ਅਮਰੀਕਾ ਤੇ ਨਾਟੋ ਦੋਨੋਂ ਹੀ ਇੱਕ ਤਰ੍ਹਾਂ ਦੇ ਨਾਲ ਵੀ ਐਡਿੰਗ ਫਿਊਲ ਉਹਦੇ ਉੱਤੇ ਬਲਦੀ ਤੇ ਅੱਗ ਪਾ ਰਹੇ ਹੈਗੇ ਆ, ਬਲਦੀ ਤੇ ਤੇਲ ਪਾ ਰਹੇ ਹੈਗੇ ਆ ਯੂਕਰੇਨ ਦੇ ਵਿੱਚ ਲੜਾਈ ਨੂੰ ਲੈ ਕੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤਾ ਸੀ ਵੀ $800 ਮਿਲੀਅਨ ਦੀ ਜਿਹੜੀ ਸਿਕਿਉਰਿਟੀ ਅਸਿਸਟੈਂਸ ਆ ਉਹ ਯੂਕਰੇਨ ਨੂੰ ਦੇਣਗੇ। ਇਹ ਉਹਨਾਂ ਨੇ ਬੁੱਧਵਾਰ ਅਨਾਊਂਸ ਕੀਤਾ ਸੀ, ਜਿਹਦੇ ਵਿੱਚ ਕੋਸਟਲ ਡਿਫੈਂਸ ਡਰੋਨਸ, ਐਂਟੀ ਏਅਰਕ੍ਰਾਫਟ, ਐਂਟੀ ਟੈਂਕ ਆਰਮਡ ਵਹੀਕਲਸ, M17 ਹੈਲੀਕਾਪਟਰਸ, ਇਹ ਸਾਰਾ ਕੁਝ ਇਨਕਲੂਡਡ ਆ। ਤੇ ਦੂਸਰੇ ਪਾਸੇ ਜਿਹੜਾ ਇੱਕ ਬਹੁਤ ਵੱਡਾ ਉਹਨਾਂ ਦਾ ਸ਼ਿਪ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਰਸ਼ੀਆ ਦਾ, ਉਹਦੇ ਕਰਕੇ ਹੁਣ ਕਹਿੰਦੇ ਪੂਟਨ ਆ ਉਹ ਕਾਫੀ ਗੁੱਸੇ ਦੇ ਵਿੱਚ ਆ ਤੇ ਹੁਣ ਇੱਕ ਵਾਰੀ ਫੇਰ ਉਹਨਾਂ ਨੇ ਜਿਹੜਾ ਕੀਵ ਮੇਨ ਸ਼ਹਿਰ ਹੈਗਾ, ਜਿਹੜੀ ਉੱਥੇ ਦੀ ਰਾਜਧਾਨੀ ਵੀ ਆ, ਉਹਦੇ ਉੱਤੇ ਫੇਰ ਮਿਜ਼ਾਈਲ ਦੇ ਨਾਲ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੀ, ਹੁਣ ਤੱਕ $2.5 ਬਿਲੀਅਨ ਤੋਂ ਵੱਧ ਦੀ ਸਹਾਇਤਾ, ਸਿਕਿਉਰਿਟੀ ਅਸਿਸਟੈਂਸ ਅਮਰੀਕਾ ਯੂਕਰੇਨ ਨੂੰ ਦੇ ਚੁੱਕਾ ਹੈਗਾ ਆ। ਯੂਕਰੇਨ ਨੇ ਆਲਰੇਡੀ ਸਵੀਡਨ ਤੇ ਫਿਨਲੈਂਡ ਨੂੰ ਵੀ ਧਮਕੀ ਜਿਹੜੀ ਉਹ ਦਿੱਤੀ ਸੀਗੀ ਵੀ ਜੇ ਤੁਸੀਂ ਨਾਟੋ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕੀਤੀ ਤੇ ਤੁਹਾਡੇ ਨਾਲ ਵੀ ਮਾੜਾ ਹਸ਼ਰ ਸਲੂਕ ਜਿਹੜਾ ਉਹ ਕੀਤਾ ਜਾ ਸਕਦਾ ਆ। ਇੱਥੋਂ ਤੱਕ ਵੀ ਉਹਨਾਂ ਨੇ ਇੱਕ ਵਾਰੀ ਫਿਰ ਨਿਊਕਲੀਅਰ ਵਾਰ ਹੈਡਸ ਦੀ ਗੱਲ ਦੁਬਾਰਾ ਰੂਸ ਨੇ ਜਿਹੜੀ ਉਹ ਕਰ ਦਿੱਤੀ ਸੀ। ਸੋ ਕੱਲ ਮੋਸਕਵਾ ਨਾਂ ਦਾ ਜਿਹੜਾ ਇਹਨਾਂ ਦਾ ਟੌਪ ਲੈਵਲ ਦਾ ਸਮੁੰਦਰੀ ਬੇੜਾ ਆ, ਉਹ ਹਾਦਸਾ ਕਹਿੰਦੇ ਆ ਵੀ ਇਹ ਕਹਿ ਰਹੇ ਆ, ਰੂਸ ਵਾਲੇ ਕਹਿੰਦੇ ਆ ਵੀ ਅੰਦਰ ਅੱਗ ਲੱਗੀ ਤੇ ਪਿਆ ਜਿਹੜਾ ਬਰੂਦ ਸੀਗਾ ਉਹਦੇ ਧਮਾਕੇ ਕਰਕੇ ਇਹ ਡੁੱਬ ਗਿਆ। ਯੂਕਰੇਨ ਵਾਲੇ ਕਹਿ ਰਹੇ ਆ ਵੀ ਨਹੀਂ, ਅਸੀਂ ਜਿਹੜਾ ਇਸ ਨੂੰ ਸੁੱਟਿਆ ਹੈਗਾ ਆ। ਪਰ ਇਹ ਆ ਵੀ ਸ਼ਰਮ ਵਾਲੀ ਬਹੁਤ ਵੱਡੀ ਜਿਹੜੀ ਇਹ ਗੱਲ ਹੋਈ ਆ ਰੂਸ ਵਾਸਤੇ। ਵੀ ਦੇਖਿਆ ਤੇ ਇਹ ਜਾ ਰਿਹਾ ਸੀ ਹਰਜੋਤ ਸਿੰਘ ਜੀ ਵੀ ਇਹ ਬਹੁਤਾ ਯੁੱਧ ਤਾਂ ਜ਼ਮੀਨ ਦੇ ਉੱਤੇ ਲੜਿਆ ਜਾ ਰਿਹਾ ਆ, ਪਰ ਮੈਰੀਪੋਲ ਦੇ ਨਜ਼ਦੀਕ ਹੀ ਇਹ ਓਡੇਸਾ ਕਰਕੇ ਜਿਹੜਾ ਪੋਰਟ ਆ ਉਸ ਦੇ ਨਜ਼ਦੀਕ ਇਹ ਸਾਰਾ ਕੁਛ ਵਾਪਰਿਆ ਹੈਗਾ। ਕਹਿੰਦੇ ਵੀ ਜਦ ਇਸ ਦੇ ਵਿੱਚ ਧਮਾਕਾ ਹੋਇਆ ਸੀਗਾ ਤਾਂ ਇਸ ਨੂੰ ਬੰਦਰਗਾਹ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ, ਕੋਸਟ ਤੇ ਲੈ ਕੇ ਜਾਣ ਦੀ, ਪਰ ਉਸ ਦਰਮਿਆਨ ਹੀ ਜਿਹੜਾ ਆ ਉਹ ਡੁੱਬ ਗਿਆ। 50 ਤੋਂ ਵੱਧ ਜਿਹੜੇ ਸੇਲਰਸ ਆ ਉਸ ਨੂੰ ਟਰਕੀ ਵਾਲਿਆਂ ਨੇ ਕਿਹਾ ਵੀ ਅਸੀਂ ਬਚਾ ਕੇ ਕੱਢਿਆ ਹੈਗਾ ਆ। ਸੋ ਇਹਦਾ ਮਤਲਬ ਆ ਵੀ ਕਾਫੀ ਭਾਰੀ ਨੁਕਸਾਨ ਰੂਸ ਨੂੰ ਝੱਲਣਾ ਪਿਆ ਹੈਗਾ ਆ। ਬਹੁਤ
ਵੱਡੀ ਜਿਹੜੀ ਗੱਲ ਹੁੰਦੀ ਆ, ਸ਼ਰਮ ਵਾਲੀ ਗੱਲ ਹੁੰਦੀ, ਇਸ ਲਈ ਵੀ ਏਡੀ ਵੱਡੀ ਫੌਜ ਦਾ ਐਡਾ ਵੱਡਾ ਸਮੁੰਦਰੀ ਬੇੜਾ ਆ, ਉਹ ਕਿਸ ਜੀ। ਤਰੀਕੇ ਦੇ ਨਾਲ ਡਿੱਗ ਗਿਆ, ਤੇ ਉੱਤੋਂ ਹੁਣ ਸ਼ਰਮ ਦੇ ਮਾਰੇ ਇਹ ਕਹਿਣਾ ਪੈ ਰਿਹਾ ਵਿਚਾਰਿਆਂ ਨੂੰ ਵੀ ਅੰਦਰ ਹੀ ਧਮਾਕਾ ਹੋ ਗਿਆ ਸੀ, ਅੱਗ ਲੱਗ ਗਈ ਸੀ, ਜਿਸ ਕਰਕੇ ਇਹ ਹੋਇਆ ਆ। ਪਰ ਅਜੇ ਅਮਰੀਕਾ ਨੇ ਕਿਸੇ ਦੀ ਵੀ ਗੱਲ ਦੇ ਉੱਤੇ ਪੁਸ਼ਟੀ ਨਹੀਂ ਕੀਤੀ। ਇਹ ਆਪਣੀ ਫੋਰੈਂਸਿਕ ਜਾਂਚ ਜਿਹੜੀ ਉਹ ਕਰ ਰਹੇ ਆ ਵੀ ਕੀ ਵਾਕਿਆ ਹੀ ਯੂਕਰੇਨ ਦੀ ਮਿਜ਼ਾਈਲ ਦੇ ਨਾਲ ਇਸ ਦੇ ਵਿੱਚ ਧਮਾਕਾ ਹੋਇਆ, ਜਾਂ ਇਹਨਾਂ ਦੇ ਅੰਦਰ ਹੀ ਕੋਈ ਖਰਾਬੀ ਜਿਹੜੀ ਉਹ ਪਈ ਆ। ਜੀ। ਪਰ ਇਹ ਆ ਵੀ ਯੂਕਰੇਨ ਵਾਲਿਆਂ ਦਾ ਇਸ ਦੇ ਨਾਲ ਮਨੋਬਲ ਜ਼ਰੂਰ ਜਿਹੜਾ ਉਹ ਵੱਧ ਜੀ। ਗਿਆ ਹੋਊਗਾ। ਵਰਲਡ ਵਾਰ 2 ਦੀ ਲੜਾਈ 'ਚ ਅਮਰੀਕਾ ਦਾ ਇੱਕ ਜੰਗੀ ਬੇੜਾ ਏਦਾਂ ਹੀ ਡੁੱਬਿਆ ਸੀ। ਉਹ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਵੀ ਰਸ਼ੀਆ ਦਾ ਜਿਹੜਾ ਮਾਸਕੋਵਾ ਬੇੜਾ ਹੈਗਾ 600 ਫੁੱਟ ਲੰਮਾ ਤੇ 12,000 ਟਨ ਭਾਰਾ ਸੀਗਾ, ਇਹ ਜਿਹੜਾ ਪਾਣੀ ਦੇ ਵਿੱਚ ਡੁੱਬ ਗਿਆ ਹੈਗਾ। ਤੇ ਦੂਸਰੇ ਪਾਸੇ ਮੈਰੀਪੋਲ ਉੱਥੇ ਦਾ ਜਿਹੜਾ ਸ਼ਹਿਰ ਆ, ਉੱਥੇ ਦੇ ਜਿਹੜੇ ਸਿਟੀ ਆਫੀਸ਼ੀਅਲਸ ਆ, ਉਹ ਇਹ ਕਹਿ ਰਹੇ ਆ ਵੀ ਰਸ਼ੀਅਨਸ ਉਹਨਾਂ ਨੂੰ ਰੋਕ ਰਹੇ ਆ ਵੀ ਜਿਹੜੇ ਲੋਕ ਮਾਰੇ ਗਏ ਆ ਇਸ ਜੰਗ ਦੇ ਵਿੱਚ ਸਿਵਿਲੀਅਨਸ, ਉਹਨਾਂ ਦਾ ਜਿਹੜਾ ਸੰਸਕਾਰ ਨਾ ਕੀਤਾ ਜਾਵੇ। ਤੇ ਇਹ ਕਹਿੰਦੇ ਇੱਕ ਨਵੇਂ ਲੈਵਲ ਦੀ ਕਲੈਂਜ਼ਿੰਗ ਉੱਥੇ ਹੋ ਰਹੀ ਹੈਗੀ ਆ। ਸੋ ਸਾਡੇ ਰਾਸ਼ਟਰਪਤੀ ਨੇ ਤਾਂ ਰੂਸ ਵਾਲਿਆਂ ਨੂੰ ਜਿਹੜਾ ਜੈਨੋਸਾਈਡ ਵੀ ਕਿਹਾ ਸੀਗਾ ਵੀ ਜੈਨੋਸਾਈਡ ਜਿਹੜੇ ਉਹ ਕਰ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਚੀਨ ਤੋਂ ਖਬਰ ਆ ਰਹੀ ਆ, ਸ਼ੰਘਾਈ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ, ਉੱਥੇ ਰਹਿ ਰਹੇ ਲੋਕ ਆ, ਜਿਨ੍ਹਾਂ ਨੂੰ ਕੋਵਿਡ ਦੇ ਜਿਹੜੇ ਵੀ ਚੱਲਦੇ ਆ ਫਿਰ ਅੰਦਰ ਡੱਕ ਦਿੱਤਾ ਗਿਆ ਸੀਗਾ, ਉਹ ਉੱਥੋਂ ਦੇ ਪੁਲਿਸ ਕਾਮਿਆਂ ਦੇ ਨਾਲ ਭਿੜ ਪਏ ਨੇ। ਸ਼ੰਘਾਈ ਦੇ ਵਿੱਚ ਲੋਕ ਹੁਣ ਦੋਸ਼ ਆ ਰਹੇ ਆ ਵੀ ਕੋਵਿਡ ਦੀਆਂ ਜਿਹੜੀਆਂ ਲੋਕਡਾਊਨ ਰਿਸਟ੍ਰਿਕਸ਼ਨਸ ਹੈਗੀਆਂ ਆ, ਉਸ ਦੇ ਕਰਕੇ ਇਹਨਾਂ ਨੇ ਇੱਥੇ ਕਈ ਲੋਕਾਂ ਦੀ ਜਿਹੜੀ ਆ ਉਹ ਮੌਤ ਹੋਈ ਆ। ਕੋਵਿਡ ਕਰਕੇ ਨਹੀਂ, ਉਹਦੇ ਲੋਕਡਾਊਨ ਕਰਕੇ ਜਿਹੜੀ ਇਸ ਟਾਈਮ ਮੌਤਾਂ ਹੋ ਰਹੀਆਂ। 26 ਮਿਲੀਅਨ ਲੋਕਾਂ ਵਾਲੀ ਵਸੋਂ ਵਾਲੀ ਇਹ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਜਿਸ ਨੂੰ ਚਾਈਨਾ ਦੀ ਆਖਿਆ ਜਾਂਦਾ ਸ਼ੰਘਾਈ, ਉੱਥੇ ਕਹਿੰਦੇ ਵੀ ਬਹੁਤ ਘੱਟ ਦੇਖਿਆ ਜਾਣ ਵਾਲਾ ਇਦਾਂ ਦਾ ਪ੍ਰੋਟੈਸਟ, ਉਸ ਤੋਂ ਦੀ ਫੁਟੇਜ ਜਿਹੜੀ ਆ ਉਹ ਆਈ ਆ। ਕਹਿੰਦੇ ਵੀ ਲਾਈਵ ਸਟ੍ਰੀਮ ਕੀਤੀ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ। ਚੀਨ ਨੇ ਤਾਂ ਉੱਥੇ ਆਪਣੇ ਮੁਲਕ ਦੇ ਵਿੱਚ ਉਸ ਨੂੰ ਸੈਂਸਰ ਕਰਕੇ ਹਟਾ ਦਿੱਤਾ, ਪਰ ਬਾਹਰਲੀ ਦੁਨੀਆ ਤੱਕ ਆਲਰੇਡੀ ਇਹ ਪਹੁੰਚ ਚੁੱਕੀ ਹੈਗੀ ਆ। ਸੋ ਕਹਿੰਦੇ ਲੋਕ ਉਸ ਦੇ ਵਿੱਚ ਦਾਅਵਾ ਕਰ ਰਹੇ ਆ ਉਸ ਵੀਡੀਓ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸ਼ੰਘਾਈ ਦੀ ਪੁਲਿਸ ਉੱਥੋਂ ਦੇ ਲੋਕਾਂ ਦੇ ਨਾਲ ਕੁੱਟਮਾਰ ਜਿਹੜੀ ਉਹ ਕਰ ਰਹੀ ਹੈਗੀ ਆ। ਜੀ। ਅਗਲੀ ਖਬਰ ਇਜ਼ਰਾਈਲ ਤੇ ਪੈਲਸਤੀਨ ਤੋਂ ਆ ਰਹੀ ਆ। ਉੱਥੇ ਇੱਕ ਅਲ ਅਕਸਾ ਮਸਜਿਦ ਜਿਹੜੀ ਆ, ਉੱਥੇ ਰਮਾਦਾਨ ਦੇ ਦੌਰਾਨ ਮੁਸਲਮਾਨ ਜਿਹੜੇ ਆ ਉਹ ਪ੍ਰੇਅਰ ਕਰ ਰਹੇ ਸੀ। ਉਸ ਟਾਈਮ ਦੇ ਉੱਤੇ ਇਜ਼ਰਾਈਲ ਤੇ ਪੈਲਸਤੀਨੀਅਨ ਦੋਨਾਂ ਦੇ ਵਿੱਚ ਜਿਹੜੀ ਆ ਫਾਈਟ eruption ਜਿਹੜੀ ਫਾਈਟ ਚੱਲ ਪਈ, ਜਿਹਦੇ ਨਾਲ 152 ਪੈਲਸਤੀਨੀਅਨ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਆ ਤੇ 6 ਜਾਣਿਆਂ ਦੀ ਮੌਤ ਵੀ ਹੋ ਗਈ ਹੈਗੀ ਆ। ਇਹ ਖਬਰ ਉੱਥੋਂ ਆ ਰਹੀ ਆ। ਤੇ ਦੂਸਰੇ ਪਾਸੇ ਜਿਹੜੇ ਜਿਊਜ਼ ਆ, ਉਹਨਾਂ ਦਾ ਵੀ ਕੋਈ ਧਾਰਮਿਕ ਜਿਹੜਾ ਦਿਨ ਸੀਗਾ, ਤੇ ਇੱਧਰ ਜਿਹੜੇ ਮੁਸਲਮਾਨ ਆ ਉਹ ਰਮਦਾਨ ਮਨਾ ਰਹੇ ਸੀ। ਸੋ ਇਹ ਕਾਫੀ ਹੁਣ ਕਈ ਚਿਰ ਉੱਥੇ ਸ਼ਾਂਤੀ ਰਹੀ ਆ, ਪਰ ਕਾਫੀ ਲੰਮੇ ਸਮੇਂ ਤੋਂ ਫਿਰ ਇੱਕ ਵਾਰੀ ਵਾਇਲੈਂਸ ਦੋਨਾਂ ਮੁਲਕਾਂ ਦੇ ਵਿੱਚ ਉੱਠ ਗਈ ਹੈਗੀ ਆ। ਮੁਲਕ ਤਾਂ ਵਿਚਾਰੇ ਪੈਲਸਤੀਨੀਆਂ ਦਾ ਹੁਣ ਜੀ। ਕਾਹਦਾ ਇੱਕ ਹਿਸਾਬ ਦੇ ਨਾਲ ਉਹ ਰਹਿ ਗਿਆ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬੰਦਿਸ਼ਾਂ ਦੇ ਵਿੱਚ ਜਿਹੜੇ ਉਹ ਰਹਿ ਰਹੇ। 152 ਕਹਿੰਦੇ ਆ ਪੈਲਸਤੀਨੀ ਜ਼ਖਮੀ ਹੋਏ ਆ। ਇਜ਼ਰਾਈਲ ਵਾਲੇ ਕਹਿੰਦੇ ਆ ਵੀ 3 ਸਾਡੇ ਜਿਹੜੇ ਫੌਜੀ ਆ ਉਹ ਫੱਟੜ ਹੋ ਗਏ ਆ, ਤੇ 100 ਤੋਂ ਵੱਧ ਉਹਨਾਂ ਨੇ ਗ੍ਰਿਫਤਾਰੀਆਂ ਪੈਲਸਤੀਨੀਆਂ ਦੀਆਂ ਇਸ ਹਿੰਸਾ ਤੋਂ ਬਾਅਦ ਦੇ ਵਿੱਚ ਪਾਈਆਂ ਹੈਗੀਆਂ। ਸੋ ਉੱਥੇ ਦਾ ਵੀ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਕਿਸੇ ਵੀ ਕਾਬੂ ਦੇ ਵਿੱਚ ਆਉਂਦੇ ਜਿਹੜੇ ਉਹ ਨਹੀਂ ਨਜ਼ਰ ਆ ਰਹੇ। ਤਗੜੇ ਦਾ ਜ਼ੋਰ ਜਿਹੜਾ ਇਸ ਟਾਈਮ ਜ਼ਰੂਰ ਡੈਫੀਨੇਟਲੀ ਉਹ ਚੱਲ ਰਿਹਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, FBI ਨੇ ਜਿਹੜਾ ਅੱਜ ਇਹ ਜਾਣਕਾਰੀ ਦਿੱਤੀ ਆ ਵੀ ਨਾਰਥ ਕੋਰੀਆ ਦੇ ਜਿਹੜੇ ਹੈਕਰਸ ਆ, ਉਹਨਾਂ ਦੇ ਦੁਆਰਾ $600 ਮਿਲੀਅਨ ਦੀ ਕਹਿ ਲਓ ਵੀ ਕ੍ਰਿਪਟੋ ਕਰੰਸੀ ਆ, ਉਹ ਹੈਕ ਕਰਕੇ ਚੋਰੀ ਕਰ ਲਈ ਗਈ ਆ। FBI ਨੇ ਇਹ ਦੋਸ਼ ਲਾਏ ਆ ਵੀ ਇਹ ਜਿਹੜੇ ਹੈਕਰਸ ਆ ਨਾਰਥ ਕੋਰੀਅਨ ਗਵਰਨਮੈਂਟ ਦੇ ਲਈ ਕੰਮ ਕਰ ਰਹੇ ਸੀਗੇ, ਤੇ ਵੀਡੀਓ ਗੇਮਿੰਗ ਕੰਪਨੀ ਦੇ ਉੱਤੇ ਇਹਨਾਂ ਨੇ ਜਿਹੜਾ ਇਹ ਹੈਕ ਕੀਤਾ ਹੈਗਾ ਆ। ਲੈਜ਼ਰਸ ਗਰੁੱਪ ਤੇ APT 38 ਇਹ ਜਿਹੜੇ ਸਾਈਬਰ ਐਕਟਰਸ ਹੈਗੇ ਆ, ਇਹ ਨਾਰਥ ਕੋਰੀਆ ਦੇ ਲਈ ਕੰਮ ਕਰਦੇ ਆ। ਉਹਨਾਂ ਨੇ $620 ਮਿਲੀਅਨ ਦੇ ਅਥੀਰੀਅਮ ਕ੍ਰਿਪਟੋ ਕਰੰਸੀਜ਼ ਆ 29 ਮਾਰਚ ਨੂੰ ਚੋਰੀ ਕਰ ਲਈ ਸੀਗੀ। ਸੋ ਇਹ ਕਹਿੰਦੇ ਵੀ ਇਹ ਰੀਸੈਂਟ ਅਟੈਕ ਹੋਇਆ ਆ। ਐਕਸੀ ਇਨਫਿਨਿਟੀ ਇਹ ਵੀਡੀਓ ਗੇਮ ਜਿਹੜੀ ਕੰਪਨੀ ਆ,
ਉਹਨਾਂ ਦੇ ਉੱਤੇ ਜਿਹੜਾ ਇਹਨਾਂ ਨੇ ਹੈਕ ਕੀਤਾ ਸੀਗਾ। ਸੋ ਉੱਧਰ FBI ਵਾਲਿਆਂ ਨੇ ਵੀ ਕਿਹਾ, CIA ਵਾਲੇ ਵੀ ਮੂਹਰੇ ਆ ਕੇ ਉਹਨਾਂ ਨੇ ਜਿਹੜਾ ਦੱਸਿਆ ਆ ਵੀ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੀਆਂ ਕੰਪਨੀਆਂ ਦੇ ਉੱਤੇ ਹੈਕਿੰਗ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ, ਜਿਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੈਕਰਸ ਨੂੰ ਕਾਮਯਾਬੀਆਂ ਵੀ ਮਿਲੀਆਂ ਆ। ਸੋ ਇਹ ਇੱਕ ਵੱਡੀ ਜਿਹੜੀ ਚੁਣੌਤੀ ਆ ਆਉਣ ਵਾਲੇ ਸਮੇਂ ਦੀ ਸਾਰਿਆਂ ਦੇ ਮੂਹਰੇ ਖੜੀ ਆ ਵੀ ਇਹਨਾਂ ਉੱਤੇ ਕਿੱਦਾਂ ਕਾਬੂ ਪਾਇਆ ਜਾ ਸਕੇ। ਜੀ। ਅਗਲੀ ਖਬਰ ਯੂਕੇ ਤੋਂ ਆ ਰਹੀ ਹੈ, ਬੜੀ ਡਿਸਟਰਬਿੰਗ ਆ। ਕਹਿੰਦੇ ਵੀ ਯੂਕੇ ਦੇ ਵਿੱਚ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈਂਦੇ ਹੈਗੇ ਆ, ਉਹਨਾਂ ਦੇ ਲਈ ਹੁਣ ਉੱਥੇ ਦੀ ਇੱਕ ਬੜੀ ਹੀ ਕੰਟਰੋਵਰਸ਼ੀਅਲ ਜਿਹੜੀ ਹੋਮ ਮਿਨਿਸਟਰ ਹੈਗੀ ਆ ਪ੍ਰੀਤੀ ਪਟੇਲ, ਉਹਨਾਂ ਨੇ ਕਹਿੰਦੇ ਨਵਾਂ ਸਕੀਮ ਚਾਲੂ ਕੀਤੀ ਆ ਵੀ ਜਿੰਨੇ ਵੀ ਪੋਲੀਟੀਕਲ ਅਸਾਈਲਮ ਲੈ ਰਹੇ ਆ, ਉਹਨਾਂ ਨੂੰ ਰਵਾਂਡਾ ਦੇ ਵਿੱਚ, ਰਵਾਂਡਾ ਜਿਹੜਾ ਮੁਲਕ ਆ ਉੱਥੇ ਭੇਜਿਆ ਜਾਊਗਾ। ਤੇ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਇਹ ਕਿਹਾ ਵੀ ਇਹ ਇੱਕ ਇਨੋਵੇਟਿਵ ਅਪਰੋਚ ਹੈਗੀ ਆ, ਤੇ ਅਸੀਂ ਆਪਣੀ ਜਿਹੜੇ ਵੀ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰੂਗੇ, ਉਹਨਾਂ ਨੂੰ ਰਵਾਂਡਾ 'ਚ ਭੇਜ ਕੇ ਉੱਥੇ ਉਹਨਾਂ ਨੂੰ 52 ਸਾਲਾਂ ਦੀ ਟ੍ਰੇਨਿੰਗ, ਅਕਮੋਡੇਸ਼ਨ, ਹੈਲਥ ਕੇਅਰ, ਸੋ ਇੱਦਾਂ ਦੀ ਜਿਹੜੀ ਹੈਲਪ ਦਿੱਤੀ ਜਾਊਗੀ। ਸੋ ਯੂਕੇ ਦੀ ਹੋਮ ਮਿਨਿਸਟਰ ਪ੍ਰੀਤੀ ਪਟੇਲ ਤੇ ਰਵਾਂਡਾ ਦਾ ਜਿਹੜਾ ਮਿਨਿਸਟਰ ਆਫ ਫੋਰਨ ਅਫੇਅਰ ਵਿੰਸੈਂਟ ਬਿਰੂਟਾ ਆ, ਉਹਨਾਂ ਦੇ ਨਾਲ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਦੱਸਿਆ। ਜੀ, ਇਹ ਤਾਂ ਉਹੀ ਗੱਲ ਹੋਈ ਜਿੱਦਾਂ ਅਮਰੀਕਾ ਵਾਲੇ ਕਹਿੰਦੇ ਸੀਗੇ ਵੀ ਨਹੀਂ, ਮੈਕਸੀਕੋ ਦੇ ਵਿੱਚ ਤੁਸੀਂ ਰਹੋ ਜਿਹੜੇ ਅਸਾਈਲਮ ਦੇ ਲਈ ਅਪਲਾਈ ਕਰਨ ਵਾਲੇ ਆ। ਸੋ ਬੰਦਾ ਕੋਈ ਹੋਰ ਕਾਰਨਾਂ ਕਰਕੇ ਇੱਕ ਮੁਲਕ ਛੱਡ ਕੇ ਦੂਜੇ 'ਚ ਅਸਾਈਲਮ ਦੀ ਮੰਗ ਕਰਨ ਦੇ ਲਈ ਜਿਹੜਾ ਉਹ ਆਉਂਦਾ ਆ। ਤੇ ਅੱਗੇ ਪਰ ਪੋਲੀਟਿਕਸ ਬਹੁਤ ਤੇਜ਼ ਆ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ, ਹਰ ਇੱਕ ਪਾਸੇ ਹੀ ਅੱਜ ਕੱਲ੍ਹ ਰਾਈਟ ਲੀਨਿੰਗ ਕੰਮ ਜਿਹੜਾ ਉਹ ਚੱਲ ਰਿਹਾ ਆ। ਇਸ ਲਈ ਬਹੁਤਾ ਆਗਿਆ ਜਿਹੜੀ ਉਹ ਘੱਟ ਮਿਲਦੀ ਆ। ਹੁਣ ਇੱਥੇ ਸਾਡੇ ਮੁਲਕ 'ਚ ਮਈ ਤੋਂ ਬਾਅਦ 'ਚ ਜਿਹੜਾ ਟਾਈਟਲ 42 ਜਿਹੜਾ ਉਹ ਹਟ ਜਾਣਾ ਆ। ਉਸ ਤੋਂ ਬਾਅਦ 'ਚ ਦੇਖੋ ਇੱਥੇ ਕੀ ਬਣਦਾ ਆ। ਉੱਦਾਂ ਕੱਲ੍ਹ ਜਿਹੜਾ ਹਰਜੋਤ ਸਿੰਘ ਜੀ ਟੈਕਸਸ ਦੇ ਗਵਰਨਰ ਨੇ ਆਪਣੇ ਉਹ ਆਦੇਸ਼ ਉਹਨਾਂ ਨੂੰ ਵਾਪਸ ਲੈਣੇ ਪਏ ਸੀਗੇ ਜੀ। ਟਰੱਕਿੰਗ ਦੀ ਇੰਸਪੈਕਸ਼ਨ ਜਿਹੜੀਆਂ ਉਹ ਕਰਨ ਦੇ ਲਈ, ਜਿਹਦੇ ਵਿੱਚ 1-1 ਘੰਟਾ, ਪੌਣੇ ਘੰਟੇ ਤੋਂ 1 ਘੰਟਾ ਇੱਕ ਟਰੱਕ ਦੀ ਇੰਸਪੈਕਸ਼ਨ ਕਰਨ 'ਚ ਲੱਗਦਾ ਸੀ। ਉਸ ਤੋਂ ਕਿਉਂਕਿ ਉੱਥੇ ਟਰੱਕਰਸ ਨੇ ਵਿਰੋਧ ਜਤਾਇਆ ਵੀ ਇੱਦਾਂ ਦੇ ਕੰਮ ਤੁਹਾਡਾ ਬਿਲਕੁਲ ਇੱਥੇ ਠੱਪ ਹੋ ਜਾਊਗਾ ਤੇ ਅਸੀਂ ਤਾਂ ਇੱਥੇ ਖੜੇ ਹੀ ਰਹਿ ਜਾਵਾਂਗੇ। ਸੋ ਉਹ ਆਦੇਸ਼ ਜਿਹੜੇ ਗ੍ਰੈਗ ਐਬਟ ਹੈਗੇ ਆ ਗਵਰਨਰ ਟੈਕਸਸ ਦੇ, ਉਹਨਾਂ ਨੇ ਵਾਪਸ ਲੈ ਲਿਆ ਆ। ਸੋ ਪਹਿਲੇ ਦੀ ਤਰ੍ਹਾਂ ਜਿਹੜੇ ਉਹ 2 ਬਾਰਡਰਾਂ ਤੇ ਉਹ ਪੁਲਾਂ ਦੇ ਉੱਤੇ ਜਿੱਦਾਂ ਪਹਿਲੋਂ ਇੰਸਪੈਕਸ਼ਨ ਚੱਲਦੀ ਸੀ, ਉਸ ਪੱਧਰ ਦੇ ਉੱਤੇ ਵਾਪਸ ਜਿਹੜੀ ਉਹਨਾਂ ਨੇ ਕਰ ਦਿੱਤੀ ਆ। ਜੀ। ਅਗਲੀ ਖਬਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਬਾਹਲੀ ਗੁੱਡ ਨਹੀਂ ਹੈਗੀ। ਕਹਿੰਦੇ ਪਈ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਅਪਰੂਵਲ ਰੇਟਿੰਗ ਉਹ ਡਾਊਨ ਜਾ ਰਿਹਾ ਹੈਗਾ। 33% ਅਮਰੀਕਨਸ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜੌਬ ਪਰਫਾਰਮੈਂਸ ਨੂੰ ਅਪਰੂਵ ਕਰ ਰਹੇ ਹੈਗੇ, ਜਦਕਿ 54% ਜਿਹੜੇ ਆ ਉਹ ਡਿਸਅਪਰੂਵ ਕਰ ਰਹੇ ਆ। ਇਹ ਕੁਇਨਿਪਿਅਕ ਯੂਨੀਵਰਸਿਟੀ ਜਿਹੜੀ ਆ ਉਹਨਾਂ ਨੇ ਪੋਲ ਰਿਲੀਜ਼ ਕੀਤੇ ਹੈਗੇ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਨਫਲੇਸ਼ਨ ਬਹੁਤ ਵੱਡੀ ਇਸ ਟਾਈਮ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈਗੀ ਆ, ਤੇ ਦੂਜੀ ਯੂਕਰੇਨ ਤੇ ਰਸ਼ੀਆ ਦੀ ਵਾਰ, ਇਨਫਲੇਸ਼ਨ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ। ਅੱਜ ਉੱਦਾਂ ਮੈਂ ਰਾਜਕਨਵੀਰ ਸਿੰਘ ਜੀ ਦੇਖਿਆ ਵੀ ਆਪਾਂ ਜਦੋਂ ਕੱਲ ਫਰਿਜ਼ਨੋ ਆ ਰਹੇ ਸੀ ਬੇਰੀਏ ਤੋਂ, ਤੇ ਇੱਥੇ $5.09 ਨੂੰ ਗੈਸ ਮੈਂ ਦੇਖੀ ਹੈਗੀ ਆ। ਹਾਲਾਂਕਿ ਬੇਰੀਏ ਦੇ ਵਿੱਚ ਹਜੇ ਵੀ $5 ਤੇ 70 ਸੈਂਟ 75 ਸੈਂਟ ਦੇ ਕਰੀਬ ਹੈਗੀ ਆ। ਸੋ ਥੋੜ੍ਹੀ ਜਿਹੀਆਂ ਪ੍ਰਾਈਸਿਸ ਜਿਹੜੀਆਂ ਘਟਣੀਆਂ ਸ਼ੁਰੂ ਹੋਈਆਂ ਹੈਗੀਆਂ, ਪਰ ਫੂਡ ਦੇ ਰੇਟ, ਜਿਹੜੀਆਂ ਰੋਜ਼ਮर्रा ਦੀ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਂਦੀਆਂ ਆ, ਉਹ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਹੈਗੀਆਂ। ਜੀ, ਇੱਕ ਟਾਈਮ ਦੇ ਤਾਂ ਹਰਜੋਤ ਸਿੰਘ ਜੀ $5 ਤੋਂ ਘੱਟ ਗਈ ਸੀਗੀ ਇੱਕ ਦਿਨ ਪ੍ਰਾਈਸ, ਮੈਂ ਦੇਖੀ ਸੀਗੀ। ਪਰ ਬਾਅਦ 'ਚ ਸ਼ਾਇਦ ਹੁਣ ਦੁਬਾਰਾ ਨਹੀਂ, ਹੁਣ ਜਿੱਦਣ ਪਾਉਣ ਜਾਵਾਂਗੇ ਉਦਣ ਪਤਾ ਲੱਗਦਾ ਆ। ਹੁਣ ਏਦਾਂ ਹੈ ਹਰਜੋਤ ਸਿੰਘ ਜੀ, ਸਾਰੇ ਜਾਣੇ ਬੜੇ ਸਰਫੇ ਦੇ ਨਾਲ ਤੇਲ ਨੂੰ ਜਿਹੜਾ ਉਹ ਵਰਤਦੇ ਆ ਵੀ ਚਲੋ ਜਿੱਥੇ ਜਾਣਾ ਉਹਦੇ ਜਾਣਾ ਹੀ ਜਾਣਾ ਆ। ਜੀ। ਪਰ ਬੰਦਾ ਕਹਿੰਦਾ ਵੀ ਇੱਕੋ ਗੇੜੇ 'ਚ ਹੀ ਹੁਣ ਸਾਰਾ ਕੁਛ ਹੋ ਜਾਵੇ ਤਾਂ ਚੰਗੀ ਗੱਲ ਹੁੰਦੀ ਆ। ਓਬਵੀਅਸਲੀ ਹਰ ਇੱਕ ਨੂੰ ਪਿੰਚ ਜਿਹੜਾ ਆ ਇਹ ਕਰ ਰਿਹਾ ਹੈਗਾ। 3 ਰਸ਼ੀਅਨਸ ਆ, ਉਹਨਾਂ ਨੂੰ ਚਾਰਜ ਕੀਤਾ ਗਿਆ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ। ਉਹਨਾਂ ਨੇ ਇੱਕ ਕਥਿਤ ਤੌਰ ਦੇ ਉੱਤੇ ਸਕੀਮ ਚਲਾ ਰਹੇ ਸੀਗੇ ਡਿਸਇਨਫੋਰਮੇਸ਼ਨ, ਜਿਹੜੇ ਕਿ US ਲਾਅ ਮੇਕਰਸ ਦੇ ਉਲਟ ਜਿਹੜੀ ਆ ਉਹਨਾਂ ਖਿਲਾਫ ਗਲਤ ਇਨਫੋਰਮੇਸ਼ਨ ਆ ਉਹ ਪ੍ਰਮੋਟ ਕਰ ਰਹੇ ਸੀਗੇ। ਸੋ ਕਹਿੰਦੇ ਵੀ ਇਸ ਆਪਰੇਸ਼ਨ ਦੇ ਤਹਿਤ ਫੋਰਨ ਅਫੇਅਰਸ ਦੇ ਉੱਤੇ ਇਹਨਾਂ ਨੂੰ ਇਨਫਲੂਐਂਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਸੀਗੀ। ਇਹਨਾਂ ਦੀ ਕੋਸ਼ਿਸ਼ ਸੀ ਵੀ ਜਿਹੜਾ US ਦੇ ਸੰਬੰਧ ਨੇ ਯੂਰਪ ਦੇ ਮੁਲਕਾਂ ਦੇ ਨਾਲ, ਉਹਨਾਂ ਦੇ ਵਿੱਚ ਤਰੇੜਾਂ ਜਿਹੜੀਆਂ ਆ ਉਹ ਪਾਈਆਂ ਜਾਣ। ਤੇ ਕਹਿੰਦੇ ਨਾਲ ਦੇ ਨਾਲ ਜਿਹੜੇ ਰਸ਼ੀਅਨ ਨੇ ਇਨਵੇਜਨ ਕੀਤੀ ਹੋਈ ਆ ਯੂਕਰੇਨ ਦੀ, ਉਸ ਨੂੰ ਪ੍ਰਮੋਟ ਕਰਨ ਦੀਆਂ ਜਿਹੜੀਆਂ ਆ
ਇਸ ਦੇ ਵਿੱਚ ਕੋਸ਼ਿਸ਼ਾਂ ਸੀਗੀਆਂ। ਅਲੈਗਜ਼ੈਂਡਰ ਬਾਬਾਕੋਵ ਜਿਹੜੇ ਆ ਉਹਨਾਂ ਨੂੰ ਇੰਡਾਈਟ ਕੀਤਾ ਆ। ਇਹ ਡਿਪਟੀ ਚੇਅਰਮੈਨ ਹੈਗੇ ਉੱਥੋਂ ਦੇ ਰਸ਼ੀਅਨ ਪਾਰਲੀਮੈਂਟ ਦੇ ਲੋਅਰ ਹਾਊਸ ਤੇ ਨਾਲ ਉਸ ਦੇ ਦੋ ਜਿਹੜੇ ਹੋਰ ਸਾਥੀ ਨਿਕੋਲਾਇਚ ਵੋਰੋਬੇਵ ਤੇ ਮਿਖਾਇਲ ਪਲਿਸਿਕ, ਇਹਨਾਂ ਦੋਨਾਂ ਇਹ ਤਿੰਨ ਜਾਣਿਆਂ ਨੂੰ ਕੁੱਲ ਸੈਂਕਸ਼ਨਸ ਦੇ ਅਧੀਨ ਜਿਹੜਾ ਹੁਣ ਲਿਆਂਦਾ ਗਿਆ ਆ ਵੀ ਵਾਇਲੇਟ ਇਹਨਾਂ ਨੇ ਕੀਤੀਆਂ ਆ ਸੈਂਕਸ਼ਨਸ ਨੂੰ, ਤੇ ਚਾਰਜ ਜਿਹੜਾ ਆ ਡਿਸਇਨਫੋਰਮੇਸ਼ਨ ਫੈਲਾਉਣ ਦੇ ਲਈ ਯੂਐਸ ਕਾਂਗਰਸ ਦੇ ਖਿਲਾਫ ਉਹਦੇ ਲਈ ਚਾਰਜ ਕਰ ਦਿੱਤਾ ਗਿਆ। ਜੀ। ਅਗਲੀ ਖਬਰ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਹੁਣ ਤੁਹਾਨੂੰ ਕੁਆਰੰਟਾਈਨ ਨਹੀਂ ਕਰਨਾ ਪਊਗਾ ਜੇ ਤੁਸੀਂ ਕੋਵਿਡ ਨੂੰ ਐਕਸਪੋਜ਼ ਹੋ ਜਾਓਗੇ। ਪਹਿਲਾਂ ਇਹ ਸੀ ਵੀ ਜੇ ਤੁਸੀਂ ਕਿਸੇ ਦੇ ਕੰਟੈਕਟ 'ਚ ਆਉਂਦੇ ਆ ਰਿਗਾਰਡਲੈਸ ਆਫ ਤੁਹਾਡੇ ਵੈਕਸੀਨੇਸ਼ਨ ਲੱਗਾ ਆ ਜਾਂ ਨਹੀਂ, ਤੇ ਤੁਹਾਨੂੰ 5 ਦਿਨਾਂ ਦੇ ਲਈ ਕੁਆਰੰਟਾਈਨ ਕਰਨਾ ਪੈਂਦਾ ਸੀ। ਸੋ ਹੁਣ ਇਹ ਕਿਹਾ ਗਿਆ ਆ ਵੀ ਹੁਣ ਕੁਆਰੰਟਾਈਨ ਕਰਨ ਦੀ ਕੋਈ ਜ਼ਰੂਰਤ ਨਹੀਂ ਐਜ਼ ਲੌਂਗ ਐਜ਼ ਤੁਸੀਂ ਨੈਗੇਟਿਵ ਹੈਗੇ ਆ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨੈਸਿਸ ਆ ਉਹ ਕਹਿੰਦੇ ਵੀ ਇਹ ਥੋੜਾ ਠੀਕ ਆ, ਵੀ ਨਹੀਂ ਤਾਂ ਕਈ ਜਿਹੜੇ ਸਮਾਲ ਬਿਜ਼ਨੈਸਿਸ ਆ ਉੱਥੇ 2 ਜਾਂ 4 5 EMPLOYEE ਹੁੰਦੇ ਆ, ਤੇ ਉਹਨਾਂ ਦੇ ਜੇ ਫਿਰ ਇੱਕ ਬੰਦਾ ਵੀ ਬਿਮਾਰ ਹੋ ਗਿਆ ਸਾਰੇ ਕੰਟੈਕਟ 'ਚ ਆ ਗਿਆ, ਤੇ ਉਹਨਾਂ ਨੂੰ ਬਿਜ਼ਨਸ ਜਿਹੜਾ ਆ ਉਹ ਸ਼ਟ ਡਾਊਨ ਕਰਨਾ ਪੈਂਦਾ ਹੈਗਾ। ਜੀ। ਉਧਰ ਕੈਲੀਫੋਰਨੀਆ ਨੇ ਕੋਵਿਡ-19 ਦਾ ਜਿਹੜਾ ਵੈਕਸੀਨ ਮੈਂਡੇਟ ਆ ਸਟੂਡੈਂਟਸ ਦੇ ਲਈ ਉਸ ਨੂੰ ਹੁਣ ਡਿਲੇ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਜੇ ਇਹ ਰਿਕੁਆਇਰਮੈਂਟ ਆ ਉਹ ਹੁਣ ਜੁਲਾਈ 2023 ਅਗਲੇ ਸਾਲ ਜਿਹੜੇ ਜੁਲਾਈ ਮਹੀਨੇ ਦੇ ਵਿੱਚ ਉਸ ਦੇ ਵਿੱਚ ਇਫੈਕਟ 'ਚ ਆਊਗੀ, ਪਰ ਬਸ਼ਰਤੇ FDA ਦੇ ਵੱਲੋਂ ਜਿਹੜਾ ਅਪਰੂਵਲ ਆ ਉਹ ਮਿਲ ਜਾਵੇ। ਸਟੇਟ ਦੇ ਜਿਹੜੇ ਕੁਛ ਲਾਅ ਮੇਕਰਸ ਆ ਉਹਨਾਂ ਦੁਆਰੇ ਇਸ ਮੈਂਡੇਟ ਨੂੰ ਪਹਿਲੋਂ ਪੁਸ਼ ਕੀਤਾ ਗਿਆ ਸੀਗਾ। ਉਹ ਚਾਹੁੰਦੇ ਸੀਗੇ ਵੀ ਇਸੇ ਸਾਲ ਜੁਲਾਈ ਦੇ ਵਿੱਚ ਇਸ ਮੈਂਡੇਟ ਨੂੰ ਵੀ ਸਾਰੇ ਵਿਦਿਆਰਥੀਆਂ ਦੇ ਲਈ ਕੋਵਿਡ-19 ਦੀ ਵੈਕਸੀਨੇਸ਼ਨ ਲਵਾਉਣੀ ਜਿਹੜੀ ਉਹ ਜ਼ਰੂਰੀ ਹੋਵੇਗੀ, ਡਿਪੈਂਡਿੰਗ ਔਨ ਜੇ FDA ਦੀ ਪੂਰਾ ਅਪਰੂਵਲ ਮਿਲ ਜਾਂਦਾ ਆ। ਪਰ ਸਟੇਟ ਦੇ ਦੁਆਰਾ ਹੁਣ ਇਸ ਨੂੰ ਅਗਲੇ ਸੈਸ਼ਨ ਦੇ ਵਿੱਚ ਅਗਲੇ ਸਕੂਲ ਈਅਰ ਦੇ ਵਿੱਚ ਪੋਸਟਪੋਨ ਕਰ ਦਿੱਤਾ ਗਿਆ ਆ। ਹੁਣ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵਾਲੇ ਉਹ ਕਹਿੰਦੇ ਅਸੀਂ ਅਜੇ ਵੀ ਲੋਕਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆ, ਚਾਹੇ ਬੱਚੇ ਵੀ ਆ ਵੀ ਵੈਕਸੀਨੇਸ਼ਨ ਜਿਹੜੀ ਉਹ ਜ਼ਰੂਰ ਲਗਾਓ, ਪਰ ਹਾਲ ਦੀ ਘੜੀ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਜਾਂ ਸਕੂਲਾਂ 'ਚ ਆਉਣ ਦੇ ਲਈ ਉਸ ਮੈਂਡੇਟ ਨੂੰ 1 ਸਾਲ ਅੱਗੇ ਪੁਸ਼ ਕਰ ਦਿੱਤਾ ਗਿਆ ਆ। ਜੀ। ਅਗਲੀ ਖਬਰ ਮੌਰਗੇਜ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਮੌਰਗੇਜ ਦੇ ਰੇਟਸ ਉਹ ਹਾਈਐਸਟ ਲੈਵਲ ਦੇ ਉੱਤੇ ਚਲੇ ਗਏ ਆ ਪਿਛਲੇ 10 ਸਾਲਾਂ ਦੇ ਵਿੱਚ। ਸਭ ਤੋਂ ਜ਼ਿਆਦਾ ਹੁਣ ਉੱਪਰ ਗਏ ਹੈਗੇ ਆ, ਲਗਭਗ 5% ਦੇ ਕਰੀਬ ਇੰਟਰਸਟ ਰੇਟ ਚਲੇ ਗਏ ਆ, ਜਿਹਦੇ ਨਾਲ ਕੀ ਹੋਇਆ ਵੀ ਈਵਨ ਕਹਿੰਦੇ ਜਿਹੜੇ ਅਮੀਰ ਲੋਕ ਆ ਉਹ ਵੀ ਇਹ ਪੇਨ ਫੀਲ ਕਰ ਰਹੇ ਆ। ਬਹੁਤ ਵਾਰ ਕੀ ਹੁੰਦਾ ਵੀ ਲੋਕ ਸੈਕੰਡ ਹੋਮ ਬਾਈ ਕਰ ਲੈਂਦੇ ਹੈਗੇ ਆ, ਸੋ ਉਹਦੇ ਉੱਤੇ ਜਿਹੜੇ ਕਹਿੰਦਾ ਵੀ ਬਲੋਕ ਲੱਗ ਸਕਦਾ ਹੈਗਾ। ਜਿਹੜੇ ਕਈ ਲੋਕ ਆ ਵੀ 2 ਘਰ ਖਰੀਦ ਲੈਂਦੇ ਆ ਵੀ ਕੋਈ ਛੁੱਟੀਆਂ ਦੇ ਲਈ, ਜਾਂ ਲੇਕ ਤਾਹੋ ਖਰੀਦ ਲਿਆ, ਕਿਸੇ ਨੇ ਐਰੀਜ਼ੋਨਾ 'ਚ ਖਰੀਦ ਲਿਆ, ਸੋ ਉਹਦੇ ਉੱਤੇ ਜਿਹੜਾ ਇਹ ਇੱਕ ਤਰ੍ਹਾਂ ਨਾਲ ਬਲੋਕ ਲੱਗ ਸਕਦਾ ਹੈ। ਤੇ ਇਹ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਫੈਡਰਲ ਰਿਜ਼ਰਵ ਬੋਰਡ ਕਾਫੀ ਸਖਤੀ ਦੇ ਨਾਲ ਰੇਟ ਜਿਹੜੇ ਆ ਉਹ ਇਨਕਰੀਜ਼ ਕਰਨ ਦੀ ਚਾਹਵਾਨ ਹੈਗੇ ਆ। ਸੋ ਲੱਗਦਾ ਹੋਰ ਵੀ ਇਨਕਰੀਜ਼ ਹੋ ਸਕਦੇ ਆ। ਪਹਿਲੀ ਵਾਰੀ ਫਰਵਰੀ 2011 'ਚ ਇਹ ਜਿਹੜੇ ਆ 5% ਤੋਂ ਉੱਪਰ ਜਿਹੜੇ ਰੇਟ ਜਾਣੇ ਸ਼ੁਰੂ ਹੋ ਗਏ ਸੀ। ਜੀ। ਲੋਕਾਂ ਦੇ ਮਨ ਦੇ ਵਿੱਚ ਕਈ ਵਾਰੀ ਈਰਖਾ ਜਾਂ ਘਿਨਾਉਣਾਪਣ ਬਹੁਤ ਹੁੰਦਾ ਆ। ਇਸੇ ਤਰੀਕੇ ਦੀ ਇੱਕ ਅਗਲੀ ਖਬਰ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਉਸ ਉੱਤੇ ਦੋਸ਼ ਇਹ ਆ ਵੀ ਉਸਨੇ ਆਰੀ ਮਾਲ ਗੱਡੀ ਦੇ ਮੂਹਰੇ ਇੱਕ ਔਰਤ ਨੂੰ ਧੱਕਾ ਮਾਰ ਕੇ ਸਿੱਟ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਸੀਗੀ ਉਸ ਔਰਤ ਦੀ। ਹੁਣ ਕਹਿੰਦੇ ਰਿਵਰਸਾਈਡ ਦੇ ਨਜ਼ਦੀਕ ਜਿਹੜਾ ਆ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਵੀ ਰਿਵਰਸਾਈਡ ਦੇ ਨਜ਼ਦੀਕ 55 ਮੀਲ ਦੂਰ ਉੱਥੇ ਇਹ ਇੱਕ ਮਾਲ ਗੱਡੀ ਇੱਕ ਔਰਤ ਦੇ ਵਿੱਚ ਜਾ ਵੱਜੀ ਸੀ, ਤੇ ਉਦੋਂ ਹੀ ਪੁਲਿਸ ਨੂੰ ਇਹ ਸ਼ੱਕ ਸੀਗਾ ਵੀ ਇਸ ਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਹੋਈ ਆ। ਕਹਿੰਦੇ ਵੀ ਆਲਟਰਕੇਸ਼ਨ ਇਹਨਾਂ ਦੀ ਇਸ ਬੰਦੇ ਦੀ ਤੇ ਜਿਹੜੀ ਔਰਤ ਜਿਸ ਦੀ ਮੌਤ ਹੋ ਗਈ ਆ ਉਸ ਦਾ ਨਾਂ ਤਾਂ ਨਹੀਂ ਅਜੇ ਤੱਕ ਇਹਨਾਂ ਨੇ ਨਸ਼ਰ ਕੀਤਾ, ਵੀ ਉਹਦੇ ਨਾਲ ਆਲਟਰਕੇਸ਼ਨ ਹੋਈ, ਜਿਸ ਤੋਂ ਬਾਅਦ 'ਚ ਲੂਇਸ ਨਾਂ ਦੇ ਇਸ ਬੰਦੇ ਨੇ ਜਿਸ ਦੀ ਉਮਰ 41 ਸਾਲ ਆ ਉਸ ਨੂੰ ਧੱਕਾ ਮਾਰ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ 'ਚ ਡਿਟੇਨ ਕਰ ਲਿਆ ਗਿਆ ਆ। ਹਾਲ ਦੀ ਘੜੀ ਉਹਨੂੰ ਜੇਲ੍ਹ ਦੇ ਵਿੱਚ ਵਿਦਆਊਟ ਬੇਲ ਜਿਹੜਾ ਉਹ ਰੱਖਿਆ ਗਿਆ ਆ। ਉਸ ਉੱਤੇ ਇਹੀ ਸ਼ੱਕ ਆ ਮਰਡਰ ਦਾ ਤੇ ਡੋਮੈਸਟਿਕ ਵਾਇਲੈਂਸ ਦਾ। ਸੋ 25 ਅਪ੍ਰੈਲ ਨੂੰ ਕਹਿੰਦੇ ਆ ਹੁਣ ਇਸ ਨੂੰ ਅਦਾਲਤ ਵਿੱਚ
ਪੇਸ਼ ਕੀਤਾ ਜਾਵੇਗਾ। ਜੀ। ਘਰਾਂ ਦੀਆਂ ਪ੍ਰਾਈਸਿਸ ਤਾਂ ਬਹੁਤ ਹਾਈ ਆ ਤੇ ਦੂਸਰੇ ਪਾਸੇ ਹੁਣ ਅੱਜ ਇੱਕ ਖਬਰ ਇਹ ਵੀ ਆ ਰਹੀ ਆ ਵੀ ਜਿਹੜੇ ਆਮ ਲੋਕ ਹੈਗੇ ਆ, ਜਿਹੜੇ ਮੋਡੈਸਟ ਇਨਕਮ ਬਾਇਰਸ ਹੈਗੇ ਆ, ਉਹਨਾਂ ਲਈ ਕਾਰਾਂ ਖਰੀਦਣੀਆਂ ਵੀ ਬਹੁਤ ਔਖੀਆਂ ਹੋ ਰਹੀਆਂ ਹੈਗੀਆਂ, ਕਿਉਂਕਿ ਕਾਰਾਂ ਦੀਆਂ ਪ੍ਰਾਈਸ, ਨਵੀਆਂ ਕਾਰਾਂ ਦੀ ਪ੍ਰਾਈਸ, ਈਵਨ ਯੂਜ਼ ਕਾਰਾਂ ਦੀ ਪ੍ਰਾਈਸ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਉੱਪਰ ਗਈ ਹੈਗੀ ਆ ਤੇ ਇਸ ਤੋਂ ਵੀ ਵੱਧ ਗੈਸ ਦੀਆਂ ਪ੍ਰਾਈਸਿਸ ਜਿਹੜੀ ਆ ਇੰਨੀ ਉੱਪਰ ਗਈ ਆ ਤੇ ਆਮ ਲੋਕਾਂ ਦੇ ਲਈ ਕਾਰ ਖਰੀਦਣੀ ਤੇ ਉਹਨੂੰ ਮੇਨਟੇਨ ਕਰਨਾ ਉਹ ਬਹੁਤ ਔਖਾ ਹੋ ਰਿਹਾ ਤੇ ਕਹਿੰਦੇ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜਨ ਕੀਤੀ ਹੈਗੀ ਆ, ਉਸ ਤੋਂ ਬਾਅਦ ਹੋਰ ਵੀ ਪ੍ਰਾਈਸਾਂ ਜਿਹੜੀਆਂ ਉੱਪਰ ਚਲਾ ਗਈਆਂ ਹੈਗੀਆਂ। ਜੀ, ਬਿਲਕੁਲ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ, ਮਹਿੰਗਾਈ ਨੂੰ ਲੈ ਕੇ ਕਾਫੀ ਮੁਸ਼ਕਿਲ ਬਣੀ ਪਈ ਆ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਚਾਹੇ ਦੁੱਧ ਆ ਤੇ ਚਾਹੇ ਇਹ ਜਿਹੜੇ ਆਂਡੇ ਖਾਣ ਵਾਲੇ ਆ ਉਹ ਆਂਡੇ ਦੇਖਦੇ ਆ। ਹਰ ਇੱਕ ਚੀਜ਼ ਛੋਟੀ ਤੋਂ ਵੱਡੀ ਜਿਹੜੀ ਚੀਜ਼ ਆ ਉਹ ਮਹਿੰਗੀ ਹੋਈ ਪਈ ਆ। ਉੱਦਾਂ ਪਿਛਲੇ ਮਹੀਨੇ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਜਿਹੜੀਆਂ ਯੂਜ਼ਡ ਕਾਰ ਤੇ ਨਵੀਆਂ ਕਾਰਾਂ ਦੀ ਜਿਹੜੀ ਪ੍ਰਾਈਸਿਸ ਆ ਉਹ ਥੋੜ੍ਹੀਆਂ ਜਿਹੀਆਂ ਘਟੀਆਂ ਨੇ ਜਾਂ ਸਟੇਬਲ ਜਿਹੜੀਆਂ ਹੋਈਆਂ ਆ, ਪਰ ਫਿਰ ਵੀ ਲੋਕਾਂ ਦੇ ਅਜੇ ਵੀ ਕਹਿ ਸਕਦੇ ਆ ਵੀ ਉਸ ਤੋਂ ਬਾਹਰ ਹੀ ਹੈਗੀ ਆ। ਸੋ ਲੈਟਸ ਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਹੈਗਾ ਆ। ਜੀ। ਅਗਲੀ ਖਬਰ ਰਾਜਕਰਮਵੀਰ ਸਿੰਘ ਜੀ, ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਹੈਗੀ ਆ ਵੀ ਯੂਕਰੇਨ ਦੇ ਜਿਹੜੇ ਲੋਕ ਆ ਰਹੇ ਆ, ਉਹਨਾਂ ਨੂੰ ਕਹਿੰਦੇ ਭਈ ਇੱਥੇ ਇੱਕਦਮ ਲਿਆ ਜਾ ਰਿਹਾ ਆ, ਚਾਹੇ ਉਹ ਬਾਰਡਰ ਇਲੀਗਲੀ ਕ੍ਰਾਸ ਕਰਕੇ ਆ ਰਹੇ ਆ ਤੇ ਚਾਹੇ ਉਹ ਸਿੱਧੇ ਵੀ ਆ ਰਹੇ ਆ, ਪਰ ਜਿਹੜੇ ਦੂਜੇ ਲੋਕ ਹੈਗੇ ਆ ਅਨਡਾਕੂਮੈਂਟਡ, ਜਿਹੜੀਆਂ ਹੋਰ ਕਮਿਊਨਿਟੀਆਂ ਆ, ਉਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ ਤੇ ਇਮੀਗ੍ਰੈਂਟਸ ਐਡਵੋਕੇਟਸ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਡਬਲ ਸਟੈਂਡਰਡ USA ਦਾ ਹੈਗਾ ਹੈ। ਜੀ, ਲੋਕਾਂ ਦਾ ਵੀ ਹੈ ਜੀ ਹਰਜੋਤ ਸਿੰਘ ਜੀ। ਬਾਕੀ ਕਹਿੰਦੇ ਵੀ ਬਾਰਡਰ ਬੰਦ ਕਰ ਦਿਓ, ਇਹਨਾਂ ਲਈ ਹੁਣ ਜਿਹੜਾ ਖੋਲ੍ਹ ਲਓ। ਇਹੀ ਚੀਜ਼ ਆਪਾਂ ਯੂਰਪ ਦੇ ਵਿੱਚ ਦੇਖੀ ਸੀਗੀ, ਜਦੋਂ ਉੱਥੇ ਕੋਈ ਹੋਰ ਮੁਲਕਾਂ ਦੇ ਲੋਕ ਸ਼ਰਨ ਲੈਣ ਨਹੀਂ ਆਉਂਦੇ ਤੇ ਜਿੱਦਾਂ ਆਪਾਂ ਗੱਲ ਕੀਤੀ ਪ੍ਰੀਤੀ ਪਟੇਲ ਵਾਲੀ, ਵੀ ਉਹ ਕਹਿੰਦੇ ਵੀ ਇਹਨਾਂ ਨੂੰ ਰਵਾਂਡਾ 'ਚ ਘੱਲ ਦਿੰਦੇ ਆ ਤੇ ਹੁਣ ਜਿਹੜੇ ਯੂਕਰੇਨ ਵਾਲੇ ਆ ਰਹੇ ਉਹ ਕਹਿੰਦੇ ਵੀ ਜੀ ਆਇਆਂ ਨੂੰ, ਕਿਉਂਕਿ ਇਹਨਾਂ ਦੀ ਚਿੱਟੀ ਚਮੜੀ ਆ ਸ਼ਾਇਦ ਇਸੇ ਕਰਕੇ। ਆਪ ਜਿਹੜੇ ਉੱਥੇ ਦੇ ਪੱਤਰਕਾਰ ਇਹ ਬੋਲਦੇ ਹੋਏ ਨਜ਼ਰ ਆਏ ਆ, ਸੁਣੇ ਗਏ ਆ ਵੀ ਕਿਉਂਕਿ ਯੂਕਰੇਨ ਵਾਲੇ ਆ ਉਹ ਇਸ ਲਈ ਵੈਲਕਮ ਆ ਕਿਉਂਕਿ ਹਰਜੋਤ ਸਿੰਘ ਜੀ ਵੀ ਉਹ ਸਿਵਲਾਈਜ਼ਡ ਨੇ, ਬਾਕੀ ਉਹਨਾਂ ਦੇ ਹਿਸਾਬ ਦੇ ਨਾਲ ਅਨਸਿਵਲਾਈਜ਼ਡ ਨੇ। ਉਹ ਕਹਿੰਦੇ ਜੀ ਸਾਡੇ ਵਰਗੇ ਦੇਖਣ ਨੂੰ ਲੱਗਦੇ, ਚਿੱਟੇ ਆ, ਨੀਲੀਆਂ ਅੱਖਾਂ ਆ, ਇਸ ਲਈ ਅਸੀਂ ਇਹਨਾਂ ਨੂੰ ਸਵਾਗਤ ਕਰਦੇ ਆ। ਸੋ ਇਹ ਡਬਲ ਸਟੈਂਡਰਡ ਹਿਪੋਕ੍ਰੇਸੀ ਆ ਦੁਨੀਆ ਦੀ ਇਸ ਯੂਕਰੇਨ ਦੇ ਇਨਵੇਜਨ ਤੋਂ ਬਾਅਦ ਦੇ ਵਿੱਚ, ਜਿਹੜੀ ਹਰਜੋਤ ਸਿੰਘ ਜੀ ਡੈਫੀਨੇਟਲੀ ਸਾਹਮਣੇ ਆ ਜਿਹੜੀ ਉਹ ਆ ਰਹੀ ਜੀ, ਹੈਗੀ ਸੋ ਆ। ਇਹ ਬਹੁਤ ਮਾੜੀ ਗੱਲ ਹੈਗੀ ਆ। ਜੇ ਤੁਸੀਂ ਟਰੀਟ ਕਰਨਾ ਤਾਂ ਫਿਰ ਸਾਰਿਆਂ ਨੂੰ ਬਰਾਬਰ ਹੀ ਕਰਨਾ ਚਾਹੀਦਾ, ਚਾਹੇ ਕਿਸੇ ਵੀ ਰੇਸ ਦਾ, ਕਿਸੇ ਵੀ ਰਿਲੀਜਨ ਦਾ ਤੇ ਕਿਸੇ ਵੀ ਮੁਲਕ ਦਾ ਬੰਦਾ ਹੋਵੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਚਿੱਟੇ ਹਾਥੀ ਆਪਾਂ ਅਕਸਰ ਸੁਣੇ ਹੁੰਦੇ ਆ ਵੀ ਹੁੰਦੇ ਤਾਂ ਹੈਗੇ ਆ, ਪਰ ਕੰਮ ਜਿਹੜਾ ਉਹ ਕੋਈ ਨਹੀਂ ਕਰਦੇ। ਸੈਨੇਟਰ ਹੈਗੇ ਆ ਕੈਲੀਫੋਰਨੀਆ ਦੇ ਇੱਕ ਅਜਿਹੇ ਜਿਹੜਾ ਡਾਇਨ ਹੁਣ ਫਾਈਨਸਟਾਈਨ ਜੀ। ਡਾਇਨ ਫਾਈਨਸਟਾਈਨ ਮੈਂਟਲੀ ਅਨਫਿਟ ਹੋਣ ਦੇ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਬਾਰੇ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ। 88 ਸਾਲਾਂ ਦੀ ਡਾਇਨ ਫਾਈਨਸਟਾਈਨ, ਉਹ ਕਹਿੰਦੇ ਵੀ ਉਹਨਾਂ ਨੂੰ ਜਦ ਹੁਣ ਸਵਾਲ ਇਹ ਕੀਤਾ ਗਿਆ ਵੀ ਉਹ ਮੈਂਟਲੀ ਅਨਫਿਟ ਨੇ ਸਰਵ ਕਰਨ ਦੇ ਲਈ, ਤਾਂ ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਿਹਾ ਵੀ ਨਹੀਂ, ਮੈਂ ਤਾਂ 2024 ਤੱਕ ਆਪਣੇ ਅਹੁਦੇ ਦੇ ਉੱਤੇ ਬਣੀ ਰਹੂੰਗੀ। ਸੋ ਇਹ ਹੁਣ ਸਵਾਲ ਕਹਿੰਦੇ ਵੀ ਵੱਡਾ ਸਾਹਮਣੇ ਨਜ਼ਰ ਆ ਰਿਹਾ ਹੈਗਾ ਆ। ਕਹਿੰਦੇ ਵੀ ਉਹਨਾਂ ਦੇ ਨਜ਼ਦੀਕੀ ਜਿਹੜੇ ਲੋਕ ਕੰਮ ਕਰਦੇ ਆ, ਉਹਨਾਂ ਦੁਆਰਾ ਕਥਿਤ ਤੌਰ ਦੇ ਉੱਤੇ ਇਹ ਗੱਲਾਂ ਹੁਣ ਕਹੀਆਂ ਜਾ ਰਹੀਆਂ ਆ ਵੀ ਇਹਨਾਂ ਦਾ ਜਿਹੜਾ ਹੁਣ ਮੈਂਟਲੀ ਤੌਰ ਦੇ ਉੱਤੇ ਸਰਵ ਕਰਨਾ ਜਿਹੜਾ ਸ਼ਾਇਦ ਨਹੀਂ ਬਣਦਾ, ਉਹ ਟੋਟਲੀ ਫਿੱਟ ਨਹੀਂ ਆ। ਕੋਈ ਨਾ ਕੋਈ ਪ੍ਰੋਬਲਮਸ ਜਿਹੜੀਆਂ ਆ ਉਹ ਚੱਲ ਰਹੀਆਂ। 2018 ਦੇ ਵਿੱਚ ਪਿਛਲੀ ਵਾਰੀ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਜਿੱਤ ਜਿਹੜੀ ਉਹ ਹੋਈ ਸੀਗੀ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਕਮਲਾ ਹੈਰਿਸ ਹੁਣਾਂ ਦੇ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ 'ਚ ਇੱਥੇ ਸੈਨੇਟਰ ਦੀ ਸੀਟ ਉਹ ਵੀ ਖਾਲੀ ਹੋਈ ਸੀ, ਉਸਨੂੰ ਇਸ ਟਾਈਮ ਭਰਿਆ ਤਾਂ ਗਿਆ ਹੈਗਾ ਆ ਤੇ ਉਧਰ ਡਾਇਨ ਫਾਈਨਸਟਾਈਨ ਨਾਲ। ਸੋ 2024 ਦੇ ਵਿੱਚ ਹੋ ਸਕਦਾ ਵੀ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ 2 ਨਵੇਂ ਸੈਨੇਟਰਸ ਆ ਉਹ ਦੇਖਣ ਨੂੰ ਮਿਲ ਸਕਦੇ ਆ। ਟਰਮ ਲਿਮਿਟ ਤੇ ਏਜ ਲਿਮਿਟ ਕਿਤੇ ਨਾ ਕਿਤੇ ਲੱਗਦਾ ਹੈ ਹਰਜੋਤ ਸਿੰਘ ਜੀ ਪੋਲੀਟੀਸ਼ੀਅਨਾਂ ਦੇ ਉੱਤੇ ਜ਼ਰੂਰ ਜਿਹੜੀ ਉਹ ਲਾ ਜੀ। ਦੇਣੀ ਚਾਹੀਦੀ ਸੋ ਹੈਗੀ ਆ। ਦੇਖੋ ਡਾਇਨ ਫਾਈਨਸਟਾਈਨ ਬਹੁਤ ਲੰਮੇ ਸਮੇਂ ਤੋਂ ਸੈਨੇਟਰ ਆ ਤੇ 88 ਸਾਲਾਂ ਦੇ ਆ
ਸੋ ਇਹ ਹੁਣ ਡੈਮੋਕ੍ਰੇਟ ਹੀ ਕਹਿ ਰਹੇ ਆ ਵੀ ਜਿਹੜੇ ਉਹਨਾਂ ਦੇ ਕੋਲ ਆਪਣੀਆਂ ਪ੍ਰੋਬਲਮਸ ਲੈ ਕੇ ਗਏ ਵੀ ਸਾਡੇ ਡਿਸਟ੍ਰਿਕਟਸ ਦੇ ਵਿੱਚ ਆਹ ਪ੍ਰੋਬਲਮ ਆ ਤੇ ਸਾਨੂੰ ਇੱਥੇ ਹੈਲਪ ਚਾਹੀਦੀ ਆ, ਤੇ ਕਹਿੰਦੇ ਵੀ ਸੈਨੇਟਰ ਡਾਇਨ ਫਾਈਨਸਟਾਈਨ ਉਹਨਾਂ ਨੂੰ ਬਾਰ-ਬਾਰ ਉਹੀ ਕੁਐਸਚਨ ਪੁੱਛਦੀ ਰਹੀ। ਸੋ ਉੱਥੋਂ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਵੀ ਉਹ ਆਪਣੀ ਜਿਹੜੀ ਜੌਬ ਆ ਉਹ ਕਰਨ ਦੇ ਲਈ ਇੰਨੀ ਕਾਬਲ ਕਾਬਲ ਨਹੀਂ ਨਹੀਂ ਰਹੀ। ਹੈਗੀ। ਯਾ ਤੇ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਅੱਜ ਪੂਰਾ 1 ਸਾਲ ਹੋ ਗਿਆ ਇੰਡੀਅਨ ਐਪਲਸ ਦੇ ਵਿੱਚ ਇੱਕ ਸਿਰਫਰੇ ਨੇ ਫੈਡਐਕਸ ਦੀ ਜਿਹੜੀ ਫੈਸਿਲਿਟੀ ਆ ਉਹਦੇ ਉੱਤੇ ਗੋਲੀਆਂ ਦੇ ਨਾਲ ਅਟੈਕ ਕੀਤਾ ਸੀ, ਜਿਹਦੇ ਵਿੱਚ ਆਪਣੇ 5 ਪੰਜਾਬੀ ਜਿਹੜੇ ਆ ਭੈਣ ਭਰਾ ਆ ਉਹ ਮਾਰੇ ਗਏ ਸੀ। ਉਹਨਾਂ ਤੋਂ ਬਾਅਦ ਹੋਰ ਵੀ ਕੁਝ ਲੋਕ ਮਾਰੇ ਗਏ ਸੀ। ਅੱਜ ਪੂਰਾ 1 ਸਾਲ ਹੋ ਗਿਆ। ਮਰਨ ਵਾਲਿਆਂ ਦੇ ਵਿੱਚ ਮੈਥਿਊ ਅਲੈਗਜ਼ੈਂਡਰ, ਸਮਰੀਆ ਬਲੈਕਬੈਲ, ਅਮਰਜੀਤ ਕੌਰ ਜੌਹਲ, ਜਸਵਿੰਦਰ ਕੌਰ, ਜਸਵਿੰਦਰ ਸਿੰਘ, ਅਮਰਜੀਤ ਸੇਖੋਂ, ਕਾਰਲੀ ਸਮਿਥ ਤੇ ਜੌਨ ਸਟੀਵ ਵੀਜ਼ਰਟ ਇਹ ਸੀਗੇ। ਸੋ ਉਹਨਾਂ ਦੀ ਯਾਦ ਦੇ ਵਿੱਚ ਪਿਛਲੇ ਹਫ਼ਤੇ ਇੰਡੀਅਨੈਪਲਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਏ, ਅਰਦਾਸ ਵੀ ਹੋਈ, ਤੇ ਹੁਣ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹ ਵੀ ਆਪਣੀ ਬਿਆਨਬਾਜ਼ੀ ਕਰ ਰਹੇ ਆ ਵੀ ਇੱਦਾਂ ਦੀ ਜਿਹੜੀ ਇੰਸੀਡੈਂਟ ਆ ਦੁਬਾਰਾ ਕਦੇ ਨਹੀਂ ਵਾਪਰਨੀ ਚਾਹੀਦੀ। ਪਰ ਮਾਸ ਸ਼ੂਟਿੰਗ ਦੇ ਵਿੱਚ ਬਹੁਤ ਲੋਕ USA ਦੇ ਵਿੱਚ ਸ਼ਿਕਾਰ ਹੋਏ ਆ। ਆਪਾਂ ਦੇਖਦੇ ਹਾਂ ਵੱਖ-ਵੱਖ ਸਮੇਂ ਦੇ ਉੱਤੇ ਕੋਈ ਮਹੀਨਾ, ਕੋਈ ਹਫ਼ਤਾ ਨਹੀਂ ਲੰਘਦਾ ਹੈਗਾ, ਤੇ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਵੀ 2 ਵਾਰ ਬੁਰੀ ਤਰ੍ਹਾਂ ਸ਼ਿਕਾਰ ਹੋਈ ਹੈਗੀ ਆ। ਇੱਕ ਵਾਰ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਦੂਸਰੀ ਵਾਰੀ ਇੰਡੀਅਨੈਪਲਸ ਦੇ ਵਿੱਚ। ਬਿਲਕੁਲ। ਸੋ ਇੰਡੀਆਨਾ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਤੇ FBI ਨੇ ਜਿਹੜਾ ਉਹ ਕਿਹਾ ਸੀਗਾ ਵੀ ਜਿਹੜਾ ਬ੍ਰੈਂਡਨ ਸਕਾਟ ਹੋਲ ਜਿਸਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਸੀਗਾ, ਵੀ ਇਹ ਹੇਟ ਜਾਂ ਬਾਇਸ ਦਾ ਨਹੀਂ ਆ, ਮੋਟੀਵੇਟ ਨਹੀਂ ਸੀਗਾ। ਇਹ ਇੱਕ ਡਿਸਗਰੰਟਲਡ ਇੰਪਲੋਈ ਸੀਗਾ ਫੈਡੈਕਸ ਦਾ, ਜਿਹੜਾ ਕਿ ਉੱਥੇ ਕੰਮ ਕਰਦਾ ਰਿਹਾ ਸੀ। 15 ਅਪ੍ਰੈਲ 2021 ਨੂੰ, ਪੂਰੇ 1 ਵਰ੍ਹੇ ਪਹਿਲਾਂ, ਸਾਰੇ ਜਾਣੇ ਇਸ ਸ਼ੂਟਿੰਗ ਦੇ ਕਰਕੇ ਸ਼ੋਕ ਦੇ ਵਿੱਚ ਜਿਹੜੇ ਉਹ ਚਲੇ ਗਏ ਸੀਗੇ। 19 ਸਾਲਾਂ ਦਾ ਸੀਗਾ ਹੋਲ, ਜਿਹਨੇ ਬਾਅਦ 'ਚ ਆਪਣੇ ਆਪ ਨੂੰ ਜਿਹੜੀ ਉਹ ਗੋਲੀ ਮਾਰ ਲਈ ਸੀ। ਪਰ ਉਸ ਨੇ ਜਿਹੜਾ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਕਈ ਪਰਿਵਾਰਾਂ ਦੇ ਵਿੱਚ ਦੁੱਖ ਦਾ ਕਹਿਰ ਜਿਹੜਾ ਆ ਉਹ ਢਾਹ ਦਿੱਤਾ ਸੀਗਾ। ਸੋ ਕਹਿੰਦੇ ਵੀ ਸਿੱਖ ਸਤਸੰਗ ਆਫ ਇੰਡੀਆਨਾਪੋਲਿਸ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਆ, ਉਹਨਾਂ ਨੇ ਇਹ ਸਾਰੇ ਹੀ 8 ਪੀੜਤਾਂ ਨੂੰ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜੇ ਸਮਾਗਮ ਆ ਉਹ ਰੱਖੇ ਸੀ। ਸੈਂਕੜੇ ਲੋਕਾਂ ਨੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਸਾਥ ਦਿੱਤਾ, ਉੱਥੇ ਜਿਹੜਾ ਉਹ ਪਹੁੰਚੇ ਆ। ਸੋ ਜ਼ਰੂਰ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਅਰਦਾਸਾਂ ਹਰ ਥਾਂ ਦੇ ਉੱਤੇ, ਹਰ ਗੁਰੂ ਘਰ ਦੇ ਵਿੱਚ ਦੇਖੋ ਵਿਸਾਖੀ ਖਾਲਸਾ ਪੰਥ ਦਾ ਸਾਜਨਾ ਦਿਵਸ ਜਿਹੜਾ ਜ਼ਰੂਰ ਮਨਾਇਆ ਜਾਣਾ ਆ। ਸੋ ਇਹਨਾਂ ਨੂੰ ਵੀ ਜ਼ਰੂਰ ਯਾਦ ਜਿਹੜਾ ਉਹ ਕੀਤਾ ਜਾਵੇ, ਇਹਨਾਂ ਦੀ ਵੀ ਆਤਮਾ ਦੀ ਸ਼ਾਂਤੀ ਦੇ ਲਈ ਜ਼ਰੂਰ ਅਰਦਾਸ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ। ਤੇ ਇਹੀ ਅਰਦਾਸ ਹੋਵੇ ਵੀ ਭਾਈ ਇੱਦਾਂ ਦੇ ਸਿਰਫਰੇ ਲੋਕ ਆ ਉਹ ਨਾ ਹੀ ਜਿਹੜਾ ਉਹ ਹੋਰ ਅੱਗੇ ਆਉਣ। ਪ੍ਰੋਬਲਮ ਕੀ ਹੁੰਦੀ ਹੈ ਹਰਜੋਤ ਸਿੰਘ ਜੀ ਵੀ, ਹੁਣ ਦੇਖੋ ਇਹ ਬਾਰ-ਬਾਰ, ਇਹ ਹਰ ਵਾਰੀ ਤਕਰੀਬਨ ਹਰ ਮਾਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਕਾਫੀ ਹੱਦ ਤੱਕ ਇਹ ਖਬਰ ਆਉਂਦੀ ਆ ਵੀ ਦਿਸ ਗਾਏ ਫੈਲ ਥਰੂ ਦਾ ਕ੍ਰੈਕਸ, ਵੀ ਕ੍ਰੈਕਸ ਦੇ ਥਰੂ ਨਿਕਲ ਗਿਆ। ਇਹਦੇ ਕੋਲ ਬੰਦੂਕ ਨਹੀਂ ਸੀ ਹੋਣੀ ਚਾਹੀਦੀ, ਜਾਂ ਇਹਦੇ ਕੋਲ ਹਥਿਆਰ ਨਹੀਂ ਸੀ ਪਹੁੰਚਣਾ ਚਾਹੀਦਾ, ਪਰ ਸਮਹਾਓ ਇਹਦੇ ਕੋਲ ਜਿਹੜਾ ਉਹ ਮਿਲ ਗਿਆ। ਸਮੇਂ ਸਿਰ ਜਿਹੜੀ ਅਧਿਕਾਰੀਆਂ ਦੇ ਦੁਆਰਾ ਕਹਿ ਲਓ ਵੀ ਇਹਦੇ ਉੱਤੇ ਕਾਰਵਾਈ ਨਾ ਹੋਣ ਕਰਕੇ ਜਿਹੜੇ ਨਿਰਦੋਸ਼ ਲੋਕਾਂ ਨੂੰ ਆਪਣੀਆਂ ਜਾਨਾਂ ਆ ਉਹ ਗਵਾਉਣੀਆਂ ਪੈ ਰਹੀਆਂ। ਸੋ ਸਖਤੀ ਚਾਹੀਦੀ ਆ ਇਸ ਮਾਮਲੇ 'ਚ ਵੀ, ਜਿਹੜਾ ਨਹੀਂ ਲੈ ਸਕਦਾ ਉਹਦੇ ਕੋਲ ਨਾ ਜਾਵੇ। ਇਸ ਚੀਜ਼ ਦੀ ਤਾਂ ਜ਼ਰੂਰ ਵੱਧ ਤੋਂ ਵੱਧ ਕੋਸ਼ਿਸ਼ ਆ ਸਾਰੇ ਪਾਸੇ ਜਿਹੜੀ ਉਹ ਚੱਲਣੀ ਚਾਹੀਦੀ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਸਟੇਟਮੈਂਟ ਆਫ ਸੋਲੀਡੈਰਿਟੀ ਜਿਹੜੀ ਆ ਉਹ ਸਾਈਨ ਕੀਤੀ ਗਈ ਆ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਵਿੱਚ, ਜਿਨ੍ਹਾਂ ਦੇ ਵਿੱਚ ਸਿੱਖ ਕੋਲੀਸ਼ਨ ਆ, 9 to 5, AAPI, ਇਕੁਇਟੀ ਅਲਾਈਅੰਸ, ਹੋਰ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ। ਲਗਭਗ 50 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਇਹ ਸਾਈਨ ਕੀਤੀ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਹੁਣ ਤੋਂ ਕੁਝ ਸਮਾਂ ਬਾਅਦ ਜਿਹੜਾ ਫਰੈਜ਼ਨੋ ਦੇ ਵਿੱਚ ਫਰੈਜ਼ਨੋ ਫੇਅਰ ਗਰਾਊਂਡਸ 'ਚ ਜਿਹੜਾ ਟਰੱਕਿੰਗ ਸ਼ੋਅ ਆ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਆ। ਸੋ ਪੰਜਾਬੀ ਜਿਹੜੀ USA ਦੀ ਟੀਮ ਵੀ ਉੱਥੇ ਜਾਵੇਗੀ, ਉੱਥੇ ਤੁਹਾਨੂੰ ਜਿਹੜਾ ਉਹ ਦਿਖਾਵੇਗੀ ਵੀ ਕੀ ਕੁਛ ਹਾਲ ਦੀ ਘੜੀ ਉੱਧਰ ਚੱਲ ਰਿਹਾ ਹੈਗਾ ਆ। ਸੋ ਇਸ ਟਰੱਕਿੰਗ ਸ਼ੋਅ ਦੇ ਵਿੱਚ ਭਾਂਤ-ਭਾਂਤ ਦੀਆਂ ਤੁਹਾਨੂੰ ਟਰੱਕਿੰਗ ਦੇ ਨਾਲ ਸੰਬੰਧਿਤ ਇਕਵਿਪਮੈਂਟ ਤੋਂ ਨਾਲ ਜਿਹੜੀਆਂ ਚੀਜ਼ਾਂ ਆ, ਸੋਫਟਵੇਅਰ ਆ, ਉਹ ਮਿਲਣਗੇ। ਤੇ ਬਹੁਤ ਸਾਰੇ ਜਿਹੜੇ ਸਰਕਾਰੀ ਅਦਾਰਿਆਂ ਤੋਂ
ਲੋਕ ਵੀ ਜਿਹੜੇ ਉੱਥੇ ਪਹੁੰਚ ਰਹੇ ਆ, ਉਹਨਾਂ ਦਾ ਬੂਥ ਵੀ ਜਿਹੜਾ ਉੱਥੇ ਹੋਵੇਗਾ, ਤੇ ਅਸੀਂ ਵੀ ਤੁਹਾਨੂੰ ਜਿਹੜਾ ਉੱਥੋਂ ਦਿਖਾਉਣ ਦੀਆਂ ਹਰ ਇੱਕ ਚੀਜ਼ਾਂ ਜਿਹੜੀਆਂ ਉਹ ਕੋਸ਼ਿਸ਼ ਕਰਾਂਗੇ। ਸੋ ਜ਼ਰੂਰ ਜਿਹੜਾ ਜੀ ਉੱਥੇ ਪਹੁੰਚਿਓ, ਜਿਹਦੇ ਕੋਲ ਵੀ ਵਕਤ ਹੋਵੇ ਤਾਂ ਤੁਸੀਂ ਉੱਥੇ ਆ ਕੇ ਜਿਹੜਾ ਟਰੱਕਿੰਗ ਸ਼ੋਅ ਹੋਣਾ ਆ ਅੱਜ ਤੇ ਕੱਲ 2 ਦਿਨ ਜਿਹੜਾ ਉਹ ਚੱਲਣਾ। ਜੇ ਅੱਜ ਨਹੀਂ ਆ ਸਕਦੇ ਤਾਂ ਕੱਲ ਨੂੰ ਆਇਓ, ਤੇ ਜੇ ਅੱਜ ਤੇ ਕੱਲ ਦੋਨੋਂ ਦਿਨ ਆ ਸਕਦੇ ਹੋਰ ਵੀ ਵਧੀਆ ਜਿਹੜੀ ਉਹ ਚੀਜ਼ ਹੈਗੀ ਆ। ਸੋ ਜ਼ਰੂਰ ਤੁਸੀਂ ਜਿਹੜਾ ਜੀ ਉੱਥੇ ਜਿਹੜਾ ਜੀ ਆਇਓ ਤੇ ਟਰੱਕਿੰਗ ਸ਼ੋਅ ਦੇ ਵਿੱਚ ਹਿੱਸਾ ਜਿਹੜਾ ਤੁਸੀਂ ਲਿਓ, ਤੇ ਦੇਖੋ ਵੀ ਕੀ ਕੁਛ ਨਵੀਂ ਟੈਕਨੋਲੋਜੀ, ਨਵਾਂ ਕੀ ਕੁਛ ਆ ਰਿਹਾ ਆ ਟਰੱਕਿੰਗ ਇੰਡਸਟਰੀ ਦੇ ਜੀ ਵਿੱਚ। ਸੋ ਇਸੇ ਤਰ੍ਹਾਂ ਇਸ ਐਤਵਾਰ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਨਗਰ ਕੀਰਤਨ ਹੋਣਾ ਆ, ਤੇ ਉੱਥੇ ਵੀ ਸਾਰੀਆਂ ਸੰਗਤਾਂ ਪਹੁੰਚੋ। ਪੰਜਾਬੀ ਰੇਡੀਓ USA ਦੀ ਟੀਮ ਵੀ ਪਹੁੰਚੂਗੀ, ਤੇ ਸਾਡਾ ਉੱਥੇ ਬੂਥ ਵੀ ਲੱਗਾ ਹੋਊਗਾ। ਜ਼ਰੂਰ ਬੂਥ ਤੇ ਮਿਲ ਕੇ ਵੀ ਜਾਇਓ। ਕੁਛ ਜਿਹੜੇ ਆਪਣੇ ਸਰੋਤੇ, ਉਹਨਾਂ ਦੀਆਂ ਕਾਲਾਂ ਵੀ ਆਈਆਂ ਸੀ ਇੰਟਰਨੈਟ ਰੇਡੀਓਜ਼ ਲਈ, ਉਹ ਵੀ ਉੱਥੇ ਅਵੇਲੇਬਲ ਹੋਣਗੇ। ਸੋ ਉੱਥੇ ਤੁਸੀਂ ਬੂਥ ਦੇ ਉੱਤੇ ਜ਼ਰੂਰ ਸਾਰੇ ਜਾਣੇ ਮਿਲ ਕੇ ਜਾਇਓ। ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਬਹੁਤ ਹੀ ਵਧੀਆ ਡਾਕੂਮੈਂਟਰੀ ਪੰਜਾਬੀ ਰੇਡੀਓ USA ਵੱਲੋਂ ਤਿਆਰ ਕੀਤੀ ਗਈ ਆ। ਤੁਸੀਂ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਜਾ ਕੇ ਉਸ ਨੂੰ ਦੇਖ ਸਕਦੇ ਹੋ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।